हाँ जी संगत जी, वाहिगुरु जी का खालसा वाहिगुरु जी की फतेह। ਲੜੀ ਨੂੰ ਜੋੜਨ ਵਾਸਤੇ ਸਾਡੀ ਪਿਛਲੀ ਵੀਡੀਓ ਜ਼ਰੂਰ ਸੁਣਿਓ ਜੀ। ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਹਾੜੀ ਰਾਜੇ ਨੂੰ ਜਨ ਵਾਸਤੇ ਰਾਸਤਾ ਦੇਣ ਤੋਂ ਮਨਾ ਕਰ ਦਿੱਤਾ ਤਾਂ ਵਜ਼ੀਰ ਨੇ ਸਤਿਗੁਰੂ ਜੀ ਦੇ ਰਾਸਤਾ ਨਾ ਦੇਣ ਦੇ ਦ੍ਰਿੜ ਨਿਸ਼ਚੇ ਦੀ ਸਾਰੀ ਗੱਲ ਭੀਮ ਚੰਦ ਨੂੰ ਸੁਣਾਈ ਤਾਂ ਬਹੁਤ ਚਿੰਤਾਵਾਨ ਹੋਇਆ। ਭਾਵੇਂ ਫੇਰ ਉਸ ਨੂੰ ਦੂਜੇ ਰਾਜਿਆਂ ਨੇ ਗੁਰੂ ਜੀ ਪਾਸੋਂ ਫੌਜ ਦੇ ਜ਼ੋਰ ਨਾਲ ਲੰਘਣ ਵਾਸਤੇ ਸਲਾਹ ਦਿੱਤੀ, ਪਰ ਭੀਮ ਚੰਦ ਨੇ ਉਹਨਾਂ ਦੀ ਸਲਾਹ ਨਾ ਮੰਨੀ। ਉਸਨੇ ਫਿਰ ਵਜ਼ੀਰ ਨੂੰ ਪੁੱਛਿਆ ਕਿ ਤੇਰਾ ਕੀ ਵਿਚਾਰ ਹੈ, ਸਾਨੂੰ ਹੁਣ ਕੀ ਕਰਨਾ ਚਾਹੀਦਾ ਹੈ। ਵਜ਼ੀਰ ਨੇ ਕਿਹਾ, ਹੋਰ ਹੁਣ ਕੋਈ ਉਪਾਅ ਨਹੀਂ ਹੈ, ਕੇਵਲ ਇੱਕ ਇਹੀ ਹੋ ਸਕਦਾ ਹੈ ਕਿ ਗੁਰੂ ਜੀ ਪਾਸੋਂ ਲਾੜੇ ਨੂੰ ਇੱਕ ਦੋ ਸੇਵਕਾਂ ਸਹਿਤ ਸਮੇਂ ਸਿਰ ਸ਼੍ਰੀਨਗਰ ਪਹੁੰਚਣ ਵਾਸਤੇ ਲੰਘਣ ਦੀ ਆਗਿਆ ਲੈ ਲਈ ਜਾਵੇ ਅਤੇ ਦੂਸਰੀ ਜਨ ਦੂਸਰੇ ਰਾਸਤੇ ਪਿੱਛੋਂ ਪਹੁੰਚ ਜਾਵੇ। ਭੀਮ ਚੰਦ ਨੇ ਕਿਹਾ, ਜੇ ਗੁਰੂ ਜੀ ਨੇ ਲਾੜੇ ਨੂੰ ਫੜ ਕੇ ਕੈਦ ਕਰ ਲਿਆ ਤਾਂ ਫਿਰ ਅਸੀਂ ਕੀ ਕਰਾਂਗੇ। ਵਜ਼ੀਰ ਨੇ ਉੱਤਰ ਦਿੱਤਾ, ਨਹੀਂ, ਗੁਰੂ ਜੀ ਬੜੇ ਕਿਰਪਾਲੂ ਤੇ ਗਿਆਨਵਾਨ ਹਨ, ਉਹ ਐਸਾ ਕੰਮ ਕਦਾਚਿਤ ਨਹੀਂ ਕਰਨਗੇ। ਭੀਮ ਚੰਦ ਨੂੰ ਲਾਚਾਰ ਹੋ ਕੇ ਵਜ਼ੀਰ ਦੀ ਇਹ ਗੱਲ ਮੰਨਣੀ ਪਈ। ਉਸਨੇ ਲਾੜੇ ਨੂੰ ਪਾਲਕੀ ਵਿੱਚ ਬਿਠਾ ਕੇ ਵਜ਼ੀਰ ਅਤੇ ਦੋ ਤਿੰਨ ਸੇਵਕ ਉਸ ਦੇ ਨਾਲ ਦੇ ਕੇ ਗੁਰੂ ਜੀ ਵਾਲੇ ਰਾਸਤੇ ਭੇਜ ਦਿੱਤਾ। ਜਦ ਉਹ ਪੌਂਟੇ ਸਾਹਿਬ ਦੇ ਨੇੜੇ ਗਏ ਤਾਂ ਸਿੱਖ ਯੋਧੇ ਉਹਨਾਂ ਨੂੰ ਫੜ ਕੇ ਸਤਿਗੁਰੂ ਜੀ ਦੇ ਪਾਸ ਲੈ ਗਏ। ਸਤਿਗੁਰੂ ਜੀ ਨੇ ਲਾੜੇ ਨੂੰ ਹੱਸ ਕੇ ਕਿਹਾ, ਹੇ ਬਾਲਕ, ਜੇ ਤੈਨੂੰ ਹੁਣ ਅਸੀਂ ਫੜ ਕੇ ਕੈਦ ਕਰ ਲਈਏ ਫਿਰ ਤੂੰ ਛੁੱਟਣ ਵਾਸਤੇ ਕੀ ਯਤਨ ਕਰੇਗਾ। ਵਜ਼ੀਰ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ, ਰਾਜੇ ਦਾ ਪੁੱਤਰ ਤੁਹਾਡੀ ਸ਼ਰਨ ਆਇਆ ਹੈ, ਜਿਤਨਾ ਵੀ ਰਾਜ ਸਾਜ ਹੈ ਸਭ ਤੁਹਾਡੀ ਹੀ ਬਖਸ਼ਿਸ਼ ਹੈ। ਰਾਜੇ ਨੇ ਤੁਹਾਡਾ ਹੁਕਮ ਮੰਨ ਕੇ ਜਨ ਦੂਸਰੇ ਰਾਸਤੇ ਲੈ ਜਾਣ ਦਾ ਫੈਸਲਾ ਕਰ ਲਿਆ ਹੈ, ਪਰ ਵਿਆਹ ਦੇ ਮਿੱਥੇ ਹੋਏ ਸਾਹੇ ਤੇ ਪਹੁੰਚਣ ਵਾਸਤੇ ਇਸ ਨੂੰ ਇਸ ਰਾਸਤੇ ਭੇਜਿਆ ਗਿਆ ਹੈ। ਭੀਮ ਚੰਦ ਨੇ ਕਿਹਾ ਸੀ ਕਿ ਜੈਸਾ ਇਹ ਮੇਰਾ ਪੁੱਤਰ ਹੈ ਵੈਸਾ ਹੀ ਗੁਰੂ ਜੀ ਦਾ ਹੈ, ਇਸ ਕਰਕੇ ਲੜਕੇ ਨੂੰ ਇੱਧਰੋਂ ਭੇਜਣ ਵਾਸਤੇ ਉਸਨੇ ਕੋਈ ਸੰਕੋਚ ਨਹੀਂ ਕੀਤਾ। ਸਤਿਗੁਰੂ ਜੀ ਨੇ ਲਾੜੇ ਨੂੰ ਅਤੇ ਵਜ਼ੀਰ ਨੂੰ ਦੀਨ ਦੇ ਕੇ ਲੰਘ ਜਾਣ ਦੀ ਆਗਿਆ ਦੇ ਦਿੱਤੀ, ਜਿਸ ਕਰਕੇ ਉਹ ਸ਼੍ਰੀਨਗਰ ਠੀਕ ਸਮੇਂ ਤੇ ਪਹੁੰਚ ਗਏ। ਫਤਿਹ ਸ਼ਾਹ, ਜਿਹੜਾ ਬਹੁਤ ਭਾਰੀ ਜਨ ਦੀ ਉਡੀਕ ਕਰ ਰਿਹਾ ਸੀ, ਉਹ ਇਹਨਾਂ 5-7 ਆਦਮੀਆਂ ਨੂੰ ਲਾੜੇ ਨਾਲ ਦੇਖ ਕੇ ਬੜਾ ਹੈਰਾਨ ਰਹਿ ਗਿਆ। ਜਦ ਉਸਨੇ ਵਜ਼ੀਰ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਵਾਰਤਾ ਦੱਸੀ ਕਿ ਭੀਮ ਚੰਦ ਨਾਲ ਵਿਰੋਧ ਦੇ ਕਾਰਨ ਕਲਗੀਧਰ ਆਪਣੇ ਡੇਰੇ ਵਿੱਚੋਂ ਜਨ ਨੂੰ ਲੰਘਣ ਵਾਸਤੇ ਰਸਤਾ ਨਹੀਂ ਦਿੰਦੇ ਸਨ। ਇਸ ਕਰਕੇ ਸਾਜੋ ਸਮਾਨ ਨਾਲ ਸਾਰੀ ਜਨ ਦੂਸਰੇ ਪਹਾੜੀ ਰਾਸਤੇ ਆ ਰਹੀ ਹੈ ਤੇ ਅਸੀਂ ਲਗਨ ਦੇ ਠੀਕ ਸਮੇਂ ਪਹੁੰਚਣ ਵਾਸਤੇ ਗੁਰੂ ਜੀ ਦੀ ਮਿਹਨਤ ਕਰਕੇ ਸਿੱਧੇ ਰਾਸਤੇ ਆ ਗਏ ਹਾਂ। ਰਾਜਾ ਫਤਿਹ ਸ਼ਾਹ ਨੇ ਆਪਣੀ ਕੁੱਲ ਰੀਤੀ ਅਨੁਸਾਰ ਸ਼ੁਭ ਲਗਨ ਸਮੇਂ ਆਪਣੀ ਲੜਕੀ ਦੇ ਫੇਰੇ ਦੇ ਦਿੱਤੇ ਅਤੇ ਜਨ ਦੀ ਉਡੀਕ ਕਰਨ ਲੱਗਾ। ਜਦ ਫੇਰੇ ਹੋ ਗਏ ਤਾਂ ਦੀਵਾਨ ਆਨੰਦ ਚੰਦ ਨੇ ਫਤਿਹ ਸ਼ਾਹ ਨੂੰ ਕਿਹਾ ਕਿ ਤੁਸੀਂ ਸਾਡੇ ਪਾਸੋਂ ਤੰਬੋਲ ਲੈ ਲਵੋ, ਅਸੀਂ ਬਹੁਤ ਦਿਨ ਦੇ ਆਏ ਹੋਏ ਹਾਂ, ਹੁਣ ਅਸੀਂ ਵਾਪਸ ਜਾਣਾ ਚਾਹੁੰਦੇ ਹਾਂ। ਅੱਗੋਂ ਫਤਿਹ ਸ਼ਾਹ ਨੇ ਕਿਹਾ, ਅਜੇ ਅਸਾਂ ਕਿਸੇ ਪਾਸੋਂ ਲੈਣ ਦੇਣ ਨਹੀਂ ਕੀਤਾ, ਜਦੋਂ ਸਾਰੀ ਜਨ ਪਹੁੰਚ ਜਾਏਗੀ ਤਾਂ ਸਾਰਿਆਂ ਦੇ ਸਾਹਮਣੇ ਦਿਖਾਵਾ ਪਾ ਕੇ ਦੇਣਾ ਅਤੇ ਲੈਣਾ ਚੰਗਾ ਹੋਵੇਗਾ, ਜਿਸ ਵਿੱਚ ਤੁਹਾਡੀ ਵੀ ਤੇ ਮੇਰੀ ਵੀ ਵਡਿਆਈ ਹੋਵੇਗੀ। ਇਸ ਕਰਕੇ ਥੋੜੇ ਦਿਨ ਹੋਰ ਠਹਿਰੋ, ਜਨ ਆਉਣ ਤੇ ਤੁਹਾਨੂੰ ਵਿਦਾ ਕਰ ਦਿੱਤਾ ਜਾਵੇਗਾ। ਕੁਝ ਦਿਨਾਂ ਪਿੱਛੋਂ ਰਾਜਾ ਭੀਮ ਚੰਦ ਵੀ ਜਨ ਲੈ ਕੇ ਸ਼੍ਰੀਨਗਰ ਪਹੁੰਚ ਗਿਆ। ਦੂਸਰੇ ਦਿਨ ਜਦ ਦਾਜ ਦਿਖਾਉਣ ਦਾ ਸਮਾਂ ਆਇਆ ਤਾਂ ਪ੍ਰੋਹਤ ਦਇਆ ਰਾਮ ਤੇ ਦੀਵਾਨ ਆਨੰਦ ਚੰਦ ਵੀ ਆਪਣਾ 1.25 ਲੱਖ ਦਾ ਤੰਬੋਲ ਲੈ ਕੇ ਪਹੁੰਚ ਗਏ। ਦੋਹਾਂ ਪਾਸਿਆਂ ਦੇ ਰਾਜੇ ਬੈਠ ਕੇ ਦੇਖ ਰਹੇ ਸਨ। ਸੁੰਦਰ ਘੋੜੇ ਜਰੀ ਦੋਜ ਜੀਨਾ ਸਹਿਤ ਸਜੇ ਹੋਏ, ਸੁੰਦਰ ਭਾਂਡੇ ਸੋਨੇ ਨਾਲ ਉਕਰੇ ਹੋਏ, ਬਹੁਮੁੱਲੇ ਬਸਤਰ ਅਤੇ ਵਰਤਣ ਖਰਚਣ ਦਾ ਸਾਜੋ ਸਮਾਨ ਆਦਿਕ ਜਦ ਭੱਟ ਨੇ ਹਰ ਇੱਕ ਚੀਜ਼ ਦਾ ਨਾਮ ਲੈ ਕੇ ਸੁਣਾਇਆ ਤਾਂ ਸਾਰੇ ਰਾਜੇ ਇਹਨਾਂ ਅਜਬ ਚੀਜ਼ਾਂ ਨੂੰ ਵੇਖ ਕੇ ਬੜੇ ਹੈਰਾਨ ਹੋਏ। ਸਭ ਨੇ ਇਹ ਅਨੁਭਵ ਕੀਤਾ ਕਿ ਤੰਬੋਲ ਸਾਰੇ ਹੋਰ ਤੰਬੋਲਾਂ ਨਾਲੋਂ ਬਹੁਤ ਵਧੀਆ ਹੈ। ਗੁਰੂ ਜੀ ਦੇ ਤੰਬੋਲ ਦੀ ਇਤਨੀ ਸ਼ੋਭਾ ਸੁਣ ਕੇ ਭੀਮ ਚੰਦ ਕ੍ਰੋਧ ਨਾਲ ਸੜਬਲ ਉੱਠਿਆ। ਉਸਨੇ ਫਤਿਹ ਸ਼ਾਹ ਨੂੰ ਆਪਣੇ ਵਜ਼ੀਰ ਅਤੇ ਰਾਜਾ ਜਸਵਾਲੀਏ ਦੇ ਰਾਹੀਂ ਕਿਹਾ ਕਿ ਗੁਰੂ ਮੇਰਾ ਇਤਨਾ ਵੈਰੀ ਹੈ ਕਿ ਉਸਨੇ ਮੇਰੀ ਜਨ ਵੀ ਆਪਣੇ ਪਾਸੋਂ ਨਹੀਂ ਲੰਘਣ ਦਿੱਤੀ, ਪਰ ਤੂੰ ਮੇਰਾ ਸੰਬੰਧੀ ਹੋ ਕੇ ਉਸ ਨਾਲ ਮਿੱਤਰਤਾ ਕਰੀ ਬੈਠਾ ਹੈ। ਜੇ ਤੂੰ ਗੁਰੂ ਜੀ ਨਾਲ ਸੱਜਣਤਾਈ ਰੱਖਣੀ ਹੈ ਤਾਂ ਮੈਂ ਤੇਰੀ ਲੜਕੀ ਦਾ ਡੋਲਾ ਛੱਡ ਕੇ ਖਾਲੀ ਜਨ ਨੂੰ ਲੈ ਕੇ ਵਾਪਸ ਚਲਿਆ ਜਾਵਾਂਗਾ। ਆਪਣੇ ਕੁੜਮ ਦਾ ਇਹ ਸੁਨੇਹਾ ਸੁਣ ਕੇ ਫਤਿਹ ਸ਼ਾਹ ਨੂੰ ਬੜੀ ਚਿੰਤਾ ਲੱਗ ਗਈ। ਉਸਨੇ ਵਜ਼ੀਰ ਨੂੰ ਕਿਹਾ, ਹੇ ਵਜ਼ੀਰ, ਤੂੰ ਕੋਈ ਉਪਾਅ ਦੱਸ ਜਿਸ ਨਾਲ ਮੇਰੀ ਦੋ ਪਾਸਿਆਂ ਤੋਂ ਰਹਿ ਜਾਵੇ। ਉਧਰ ਗੁਰੂ ਜੀ ਹਨ ਜਿਨ੍ਹਾਂ ਨੇ ਮੇਰਾ ਨਾਨ ਦੇ ਰਾਜੇ ਨਾਲ ਮੇਲ ਕਰਾਇਆ ਹੈ ਅਤੇ ਸਦਾ ਮੇਰਾ ਸਨਮਾਨ ਕਰਦੇ ਹਨ। ਇੱਧਰ ਇਹ ਮੇਰਾ ਕੁੜਮ ਹੈ ਜਿਸ ਨੂੰ ਮੈਂ ਛੱਡ ਨਹੀਂ ਸਕਦਾ। ਗੁਰੂ ਜੀ ਨਾਲ ਵੈਰ ਕਰਨਾ ਚੰਗਾ ਨਹੀਂ ਹੈ। ਮੈਂ ਤੁਹਾਡੇ ਨਾਲ ਉਹਨਾਂ ਦੀ ਸੁਲ੍ਹਾ ਕਰ ਦਿਆਂਗਾ। ਪਿੱਛੋਂ ਜੋ ਬੀਤੀ ਸੋ ਬੀਤੀ, ਹੁਣ ਵਿਅਰਥ ਵਿਰੋਧ ਕਰਨਾ ਠੀਕ ਨਹੀਂ ਹੈ।
ਜਦ ਜਸਵਾਲੀਏ ਤੇ ਵਜ਼ੀਰ ਨੇ ਫਤਿਹ ਸ਼ਾਹ ਦੀ ਗੁਰੂ ਜੀ ਨਾਲ ਸੁਲ੍ਹਾ ਕਰਾਉਣ ਵਾਲੀ ਗੱਲ ਭੀਮ ਚੰਦ ਨੂੰ ਦੱਸੀ ਤਾਂ ਉਸਨੇ ਅਤਿਅੰਤ ਗੁੱਸੇ ਵਿੱਚ ਆਣ ਕੇ ਕੂਚ ਦਾ ਨਗਾਰਾ ਵਜਾ ਦਿੱਤਾ ਤੇ ਘੋੜੇ ਹਾਥੀ ਤੁਰਨ ਵਾਸਤੇ ਤਿਆਰ ਕਰ ਲਏ। ਜਦ ਇਸ ਗੱਲ ਦਾ ਫਤਿਹ ਸ਼ਾਹ ਨੂੰ ਪਤਾ ਲੱਗਾ ਤਾਂ ਉਸਨੇ ਝੱਟ ਆਪਣੇ ਮੰਤਰੀ ਨੂੰ ਭੀਮ ਚੰਦ ਪਾਸ ਭੇਜ ਕੇ ਮਾਫੀ ਮੰਗੀ ਤੇ ਕਿਹਾ, ਜਿਸ ਤਰ੍ਹਾਂ ਆਖੋਗੇ ਮੈਂ ਉਸੇ ਤਰ੍ਹਾਂ ਹੀ ਕਰਾਂਗਾ। ਤੁਹਾਡੇ ਨਾਲ ਮਿਲ ਕੇ ਗੁਰੂ ਜੀ ਨਾਲ ਯੁੱਧ ਕਰਨ ਨੂੰ ਵੀ ਤਿਆਰ ਹਾਂ, ਪਰ ਮੇਰੀ ਲੜਕੀ ਦਾ ਡੋਲਾ ਨਾ ਛੱਡੋ। ਇਸ ਪਰ ਭੀਮ ਚੰਦ ਰਾਜ਼ੀ ਹੋ ਗਿਆ ਤੇ ਵਿਆਹ ਦੇ ਹਾਸ ਬਲਾਸ ਵਿੱਚ ਮਗਨ ਹੋ ਗਿਆ। ਦੋਹਾਂ ਸੰਬੰਧੀ ਰਾਜਿਆਂ ਦੀ ਇਸ ਗੱਲਬਾਤ ਉਪਰੰਤ ਫਤਿਹ ਸ਼ਾਹ ਨੇ ਦੀਵਾਨ ਆਨੰਦ ਚੰਦ ਨੂੰ ਕਿਹਾ ਕਿ ਗੁਰੂ ਜੀ ਦਾ ਤੰਬੋਲ ਮੈਂ ਨਹੀਂ ਲੈਣਾ, ਤੁਸੀਂ ਇਸ ਨੂੰ ਵਾਪਸ ਲੈ ਜਾਓ। ਫਤਿਹ ਸ਼ਾਹ ਜੋ ਪਹਿਲਾਂ ਬੜਾ ਸਤਿਕਾਰ ਕਰਦਾ ਸੀ, ਹੁਣ ਉਸ ਦੀ ਬੇਰੁਖੀ ਵੇਖ ਕੇ ਦੀਵਾਨ ਆਨੰਦ ਚੰਦ ਤੇ ਦਇਆ ਰਾਮ ਨੇ ਝਟਪਟ ਹੀ ਆਪਣਾ ਤੰਬੋਲ ਸੰਭਾਲ ਕੇ ਵਾਪਸ ਜਾਣ ਦੀ ਤਿਆਰੀ ਕਰ ਲਈ। ਪਰੰਤੂ ਜਦ ਇਸ ਗੱਲ ਦਾ ਰਾਜੇ ਭੀਮ ਚੰਦ ਤੇ ਫਤਿਹ ਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਕਾ ਦੀਵਾਨ ਤੰਬੋਲ ਦੀ ਸਭ ਵਸਤ ਸੰਭਾਲ ਕੇ ਤੁਰ ਚੱਲਿਆ ਹੈ ਤਾਂ ਉਹਨਾਂ ਨੇ ਤਤક્ષਣ ਆਪਣੇ ਆਦਮੀਆਂ ਨੂੰ ਹੁਕਮ ਦੇ ਦਿੱਤਾ ਕਿ ਸਭ ਕੁਝ ਘੋੜੇ ਆਦਿਕ ਇਹਨਾਂ ਪਾਸੋਂ ਰਾਹ ਵਿੱਚ ਪਹਾੜਾਂ ਦੀ ਘਾਟੀ 'ਚ ਰੋਕ ਕੇ ਖੋਹ ਲਵੋ ਅਤੇ ਸਭ ਆਦਮੀਆਂ ਨੂੰ ਮਾਰ ਦਿਓ। ਫਤਿਹ ਸ਼ਾਹ ਦਾ ਹੁਕਮ ਸੁਣ ਕੇ ਜਵਾਨਾਂ ਨੇ ਅੱਗੇ ਜਾ ਕੇ ਘਾਟਾ ਜਿੱਥੋਂ ਦੀ ਦੀਵਾਨ ਆਨੰਦ ਚੰਦ ਹੋਰਾਂ ਨੇ ਤੰਬੋਲ ਲੈ ਕੇ ਵਾਪਸ ਜਾਣਾ ਸੀ ਉਹਨਾਂ ਨੂੰ ਰੋਕ ਲਿਆ। ਇੱਧਰ ਗੁਰੂ ਜੀ ਦੇ ਯੋਧਿਆਂ ਨੂੰ ਵੀ ਪਤਾ ਲੱਗ ਗਿਆ ਕਿ ਅੱਗੇ ਪਹਾੜੀਆਂ ਨੇ ਘਾਟਾ ਰੋਕ ਲਿਆ ਹੈ ਅਤੇ ਪਿੱਛੋਂ ਹੋਰ ਫੌਜ ਆ ਰਹੀ ਹੈ। ਦੀਵਾਨ ਆਨੰਦ ਚੰਦ ਨੇ ਆਪਣੇ ਯੋਧਿਆਂ ਨੂੰ ਕਿਹਾ ਕਿ ਹੁਣ ਵੇਲਾ ਜੇ, ਹੱਲਾ ਬੋਲ ਕੇ ਵੈਰੀਆਂ ਨੂੰ ਭਗਦੜ ਪਾ ਦਿਓ। ਜੇ ਪਿੱਛੇ ਵੀ ਫੌਜ ਆ ਗਈ ਤਾਂ ਫਿਰ ਕੁਝ ਕਰਨਾ ਕਠਿਨ ਹੋ ਜਾਵੇਗਾ। ਇਹ ਹੁਕਮ ਸੁਣਦਿਆਂ ਹੀ ਸਭ ਯੋਧਿਆਂ ਨੇ ਇੱਕੋ ਵਾਰ ਹੀ ਹੱਲਾ ਬੋਲ ਕੇ ਤੀਰ ਬੰਦੂਕਾਂ ਆਦਿਕ ਸਭ ਸ਼ਸਤਰ ਚਲਾਉਣੇ ਆਰੰਭ ਕਰਕੇ ਵੈਰੀ ਨੂੰ ਭਾਂਜ ਪਾ ਦਿੱਤੀ ਅਤੇ ਸਾਰੀ ਵਸਤ ਸੰਭਾਲ ਕੇ ਘਾਟੇ ਤੋਂ ਪਾਰ ਹੋ ਗਏ। ਕੁਝ ਆਪਣੇ ਯੋਧੇ ਜ਼ਖਮੀ ਹੋ ਗਏ ਸਨ, ਉਹਨਾਂ ਨੂੰ ਸੰਭਾਲ ਕੇ ਡੇਰੇ ਲੈ ਆਂਦਾ। ਸਤਿਗੁਰੂ ਜੀ ਨੇ ਸਾਰਾ ਵਰਤਾਂਤ ਸੁਣ ਕੇ ਆਪਣੇ ਯੋਧਿਆਂ ਦਾ ਬਹੁਤ ਸਨਮਾਨ ਕਰਕੇ ਖੁਸ਼ੀਆਂ ਬਖਸ਼ੀਆਂ। ਇਸ ਤਰ੍ਹਾਂ ਫਤਿਹ ਸ਼ਾਹ ਨੇ ਦਸਮ ਪਾਤਸ਼ਾਹ ਜੀ ਦੇ ਨਾਲ ਧੋਖਾ ਕਰਕੇ ਯੁੱਧ ਦਾ ਮੁੱਢ ਬੰਨ੍ਹ ਦਿੱਤਾ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।